ਪਰਮੇਸ਼ਵਰ ਨੇ ਕਿਹਾ ਪਹਾੜ ਤੇ ਜਾ। ਪਹਾੜ ਤੇ ਚੜ੍ਹਨ ਤੋਂ ਪਹਿਲਾਂ ਮੂਸਾ ਨੂੰ ਪਰਮੇਸ਼ਵਰ ਨੇ ਕੀ ਕਿਹਾ, ਕੁਝ ਵਿਸ਼ਿਆਂ ਨੂੰ ਵੇਖਾਂਗੇ। ਵਿਵਸਥਾ ਸਾਰ ਦੀ ਕਿਤਾਬ 31 ਦੇ ਪਹਿਲੇ 2 ਵਚਨ। ਮੂਸਾ ਨੇ ਜਾ ਕੇ ਇਹ ਗੱਲਾਂ ਸਾਰੇ ਇਜ਼ਰਾਈਲੀਆਂ ਨੂੰ ਸੁਣਾਈਆਂ ਅਤੇ ਉਸ ਨੇ ਉਹਨਾਂ ਨੂੰ ਇਹ ਵੀ ਕਿਹਾ, ਅੱਜ ਮੈਂ 120 ਸਾਲਾਂ ਦਾ ਹਾਂ। ਇਹ ਮੂਸਾ ਦਾ ਪਿਆਰਿਓ 120ਵਾਂ ਬਰਥਡੇ ਸੀ, ਯਾਨੀ ਉਸ ਦਿਨ ਮੂਸਾ 120 ਸਾਲ ਦਾ ਹੋ ਗਿਆ ਸੀ। 14ਵਾਂ ਵਚਨ, ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਤੇਰੇ ਮਰਨ ਦਾ ਦਿਨ ਨੇੜੇ ਹੈ। ਮੂਸਾ, ਤੂੰ ਜਲਦ ਹੀ ਮਰਨ ਵਾਲਾ ਹੈ। ਤੂੰ ਯਹੋਸ਼ੂ ਨੂੰ ਬੁਲਾ ਅਤੇ ਦੋਨੇ ਹੀ ਮਿਲਾਪ ਵਾਲੇ ਤੰਬੂ ਦੇ ਵਿੱਚ ਹਾਜ਼ਰ ਹੋਵੋ ਅਤੇ ਮੈਂ ਉਸ ਨੂੰ ਆਗਿਆ ਦਵਾਂ। ਤਦ ਮੂਸਾ ਤੇ ਯਹੋਸ਼ੂ ਜਾ ਕੇ ਮਿਲਾਪ ਵਾਲੇ ਤੰਬੂ ਦੇ ਵਿੱਚ ਹਾਜ਼ਰ ਹੋਏ ਅਤੇ ਯਹੋਵਾ ਨੇ ਉਸ ਤੰਬੂ ਦੇ ਵਿੱਚ ਬੱਦਲ ਦੇ ਖੰਭੇ ਦੇ ਰੂਪ 'ਚ ਹੋ ਕੇ ਦਰਸ਼ਨ ਦਿੱਤਾ ਅਤੇ ਬੱਦਲ ਦਾ ਖੰਭਾ ਤੰਬੂ ਦੇ ਦਰਵਾਜ਼ੇ ਤੇ ਰੁਕ ਗਿਆ। ਯਹੋਵਾ ਨੇ ਮੂਸਾ ਨੂੰ ਆਖਿਆ, ਤੂੰ ਤਾਂ ਆਪਣੇ ਪੁਰਖਿਆਂ ਦੇ ਨਾਲ ਹੁਣ ਸੌਣ ਵਾਲਾ ਹੈ। ਮੈਂ ਪੁੱਛਿਆ ਸੀ, ਤੁਸੀਂ ਕਿਸ ਦਿਨ ਮਰਨ ਵਾਲੇ ਹੋ? ਉਸ ਦਿਨ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਜਾਂ ਮੌਤ ਦੇ ਦਿਨ ਨੂੰ ਬਿਨਾਂ ਜਾਣੇ ਹੀ ਮਰ ਜਾਣਾ ਠੀਕ ਆ? ਇਹਨਾਂ ਦੋਨਾਂ ਵਿੱਚੋਂ ਕਿਹਨੂੰ ਤੁਸੀਂ ਵੋਟ ਦਵੋਗੇ? ਇਹ ਕਿਹਾ ਸੀ, ਤੁਸੀਂ ਇਹੀ ਕਿਹਾ ਸੀ ਕਿ ਪਹਿਲੇ ਨੂੰ ਹੀ ਅਸੀਂ ਵੋਟ ਦਵਾਂਗੇ। ਪਰ ਮੂਸਾ ਦੇ ਬਾਰੇ ਇਸ ਤਰ੍ਹਾਂ ਨਹੀਂ ਹੋਇਆ। ਪਰਮੇਸ਼ਵਰ ਨੇ ਕਿਹਾ, ਮੂਸਾ ਤੈਨੂੰ ਗੱਲ ਕਹਿਣੀ ਆ। ਕੀ ਆ ਪ੍ਰਭੂ? ਤੂੰ ਮਰਨ ਵਾਲਾ ਹੈ। ਇਹ ਖਬਰ ਸੁਣ ਕੇ ਕੌਣ ਸ਼ਾਂਤੀ ਦੇ ਨਾਲ ਰਹਿ ਸਕਦਾ ਹੈ, ਦੱਸੋ? ਮੈਂ ਇਹ ਗੱਲ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਅੱਜ ਕਹਿੰਦਾ ਹਾਂ। ਮੰਨ ਲਓ ਅੱਜ ਦੀ ਰਾਤ ਤੁਸੀਂ ਇੱਕ ਸੁਪਨਾ ਵੇਖਿਆ। ਮੰਨ ਲਓ ਤੁਸੀਂ ਮਰ ਗਏ ਹੋ। ਅਜਿਹਾ ਸੁਪਨਾ ਤੁਸੀਂ ਵੇਖਿਆ। ਸੁਪਨਾ ਵੇਖ ਕੇ ਤੁਰੰਤ ਬਿਸਤਰੇ ਤੋਂ ਉੱਤਰ ਕੇ, ਪ੍ਰਭੂ ਕੀ ਮੈਂ ਤੁਹਾਨੂੰ ਵੇਖਣ ਜਾ ਰਿਹਾ? ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਆ? ਇਸ ਤੋਂ ਵੱਡਾ ਆਨੰਦ ਹੋਰ ਕੀ ਆ? ਇਹ ਕਹਿ ਕੇ ਸੁਣੋ ਸੁਣੋ, ਉਠੋ ਅਤੇ ਬੱਚਿਆਂ ਨੂੰ ਵੀ ਉਠਾਓ ਜੀ। ਕੀ ਹੋਇਆ ਜੀ? 14 ਦਿਨਾਂ 'ਚ ਪਰਮੇਸ਼ਵਰ ਨੂੰ ਵੇਖਣ ਜਾ ਰਹੇ ਹਾਂ। ਮੈਂ ਪੁੱਛਦਾ, ਤੁਸੀਂ ਕੀ ਕਰੋਗੇ? ਜਲਦੀ ਨਾਲ ਉੱਠ ਕੇ ਫ੍ਰਿਜ ਨੂੰ ਖੋਲ ਕੇ ਅਤੇ ਉਹਦੇ ਵਿੱਚੋਂ ਠੰਡੇ ਪਾਣੀ ਨੂੰ ਕੱਢ ਕੇ ਜਲਦੀ ਨਾਲ ਪੀ ਕੇ, ਹਾਂ ਛਾਤੀ ਪਿੱਟ ਕੇ, ਹਾਂ ਬੁਰਾ ਸੁਪਨਾ ਵੇਖਿਆ। ਬੁਰਾ ਸੁਪਨਾ? ਐਸਾ ਸੁਪਨਾ ਕਿਉਂ ਆਇਆ? ਅਤੇ ਇਹ ਸੋਚ ਕੇ ਫਿਰ ਤੋਂ ਸੌਂਦੇ ਨੇ ਕਿ ਸੁਪਨਾ ਫਿਰ ਨਾ ਆ ਜਾਏ। ਕੀ ਸੋਵੋਗੇ? ਤੁਸੀਂ ਕਿਸ ਦਿਨ ਮਰਨ ਵਾਲੇ ਹੋ? ਜੇ ਇਸ ਸੁਪਨੇ 'ਚ ਹੀ ਪਤਾ ਚੱਲ ਜਾਏ, ਤੁਸੀਂ ਬਰਦਾਸ਼ਤ ਕਰ ਸਕੋਗੇ? ਪਰਮੇਸ਼ਵਰ ਆਪ ਹੀ ਮੂਸਾ ਨੂੰ ਕਹਿ ਰਿਹਾ, ਮੂਸਾ ਤੂੰ ਮਰਨ ਵਾਲਾ ਹੈ। ਤੂੰ ਮਰ ਜਾਏਗਾ। ਤੂੰ ਜਾ ਕੇ ਯਹੋਸ਼ੂ ਨੂੰ ਬੁਲਵਾ, ਉਸ ਨੂੰ ਆਪਣੀ ਜਗ੍ਹਾ ਅਗੁਏ ਦੇ ਰੂਪ 'ਚ ਅਭਿਸ਼ੇਕ ਕਰੋ। ਕਹਿਣ ਤੇ ਮੂਸਾ ਨੇ ਥੋੜੀ ਜਿਹੀ ਵੀ ਚਿੰਤਾ ਕੀਤੀ ਹੋਵੇ, ਡਰਿਆ ਹੋਵੇ, ਭੈ ਖਾਦਾ ਹੋਵੇ, ਡਰ ਗਿਆ ਹੋਵੇ, ਇਸ ਤਰ੍ਹਾਂ ਉਹ ਬਿਲਕੁਲ ਵੀ ਦਿਖਾਈ ਨਹੀਂ ਦਿੱਤਾ। ਕਾਰਨ ਕੀ ਆ? 31ਵਾਂ ਅਧਿਆਏ 27ਵੇਂ ਵਚਨ ਤੋਂ ਪੜ੍ਹ ਰਿਹਾ ਹਾਂ। ਕਿਉਂਕਿ ਤੇਰਾ ਬਲਵਾ ਅਤੇ ਹੱਥ ਮੈਨੂੰ ਪਤਾ ਹੈ। ਵੇਖੋ, ਮੇਰੇ ਜਿਉਂਦੇ ਅਤੇ ਨਾਲ ਰਹਿੰਦੇ ਹੋਏ ਵੀ ਤੁਸੀਂ ਯਹੋਵਾ ਨੂੰ ਬੁਰਾ ਭਲਾ ਬੋਲਦੇ ਆਏ ਹੋ। ਫਿਰ ਮੇਰੇ ਮਰਨ ਦੇ ਬਾਅਦ ਵੀ ਕਿਉਂ ਨਾ ਕਰੋਗੇ? ਮੂਸਾ ਆਪਣੀ ਮੌਤ ਦੇ ਬਾਰੇ ਬੜੀ ਹਿੰਮਤ ਦੇ ਨਾਲ ਕਹਿ ਰਿਹਾ ਹੈ। ਮੇਰੇ ਮਰਨ ਤੋਂ ਬਾਅਦ ਤੁਹਾਡਾ ਕੀ ਹੋਵੇਗਾ? 29ਵਾਂ ਵਚਨ, ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਵਿਗੜ ਜਾਓਗੇ ਅਤੇ ਜਿਸ ਰਾਹ ਤੇ ਚੱਲਣ ਦੀ ਆਗਿਆ ਮੈਂ ਤੁਹਾਨੂੰ ਸੁਣਾਈ ਆ, ਉਸ ਨੂੰ ਵੀ ਛੱਡ ਦਊਂਗੇ। ਅਤੇ ਆਖਰਲੇ ਦਿਨਾਂ 'ਚ ਜਦ ਤੁਸੀਂ ਉਹ ਕੰਮ ਕਰਕੇ ਜੋ ਯਹੋਵਾ ਦੀਆਂ ਨਿਗਾਹਾਂ 'ਚ ਬੁਰਾ ਹੈ, ਤਾਂ ਆਪਣੀ ਬਣਾਈ ਮੂਰਤ ਦੀ ਤੁਸੀਂ ਪੂਜਾ ਕਰਕੇ ਉਸ ਨੂੰ ਗੁੱਸਾ ਚੜਾਉਂਗੇ। ਜਦ ਮੂਸਾ ਦੇ ਮਰਨ ਦਾ ਦਿਨ ਨੇੜੇ ਆਇਆ, ਤਦ ਉਸਨੇ 32ਵੇਂ ਅਧਿਆਇ ਦੇ ਗੀਤ ਨੂੰ ਉਸਨੇ ਗਾਇਆ। ਮੂਸਾ ਨੂੰ ਪਤਾ ਸੀ ਮੈਂ ਮਰਨ ਵਾਲਾ ਹਾਂ। ਚਿੰਤਾ ਨਹੀਂ ਕੀਤੀ, ਦੁਖੀ ਨਹੀਂ ਹੋਇਆ। ਮੂਸਾ ਦੇ ਜੀਵਨ 'ਚ ਡਰ ਨਹੀਂ ਸੀ। ਕਾਰਨ ਕੀ ਆ?
ਉਸਨੇ ਜੋ ਕੀਤਾ ਉਹ ਗਲਤ ਸੀ, ਜਿਹਦੇ ਕਾਰਨ ਵਾਅਦੇ ਦੀ ਜ਼ਮੀਨ ਦੇ ਉੱਪਰ ਉਹ ਕਦਮ ਨਾ ਰੱਖ ਪਾਇਆ ਸੀ। ਉਸ ਗਲਤੀ ਦੇ ਕਾਰਨ ਮੈਂ ਆਪਣੇ ਪਰਮੇਸ਼ਵਰ ਤੋਂ ਮਾਫੀ ਮੰਗੀ ਆ। ਜੇ ਮੈਂ ਮਰਾਂਗਾ ਤਾਂ ਆਪਣੇ ਪਰਮੇਸ਼ਵਰ ਦੇ ਕੋਲ ਚਲਾ ਜਾਵਾਂਗਾ। ਐਸਾ ਵਿਸ਼ਵਾਸ, ਐਸਾ ਭਰੋਸਾ ਮੂਸਾ ਦੇ ਜੀਵਨ ਤੋਂ ਮੌਤ ਦੇ ਡਰ ਨੂੰ ਹਟਾ ਦਿੱਤਾ। ਪਰਮੇਸ਼ਵਰ ਨੇ ਕਿਹਾ, ਠੀਕ ਹੈ ਮੂਸਾ, ਉਸ ਦੇਸ਼ ਨੂੰ ਵੇਖਣ ਦੀ ਬੇਨਤੀ ਕਰ ਰਿਹਾ ਹੈ। ਠੀਕ ਆ। ਪਰਮੇਸ਼ਵਰ ਮੂਸਾ ਦੇ ਨਾਲ ਸਿੱਧੇ ਤੇ ਸਪਸ਼ਟ ਗੱਲ ਕਰ ਰਿਹਾ। ਮੂਸਾ, ਠੀਕ ਹੈ, ਮੈਂ ਤੈਨੂੰ ਕਹਿ ਰਿਹਾ ਹਾਂ, ਧਿਆਨ ਦੇ ਨਾਲ ਸੁਣੋ। ਕੀ ਪ੍ਰਭੂ? ਫਿਰ ਮੂਸਾ ਮੁਆਬ ਦੇ ਅਰਾਬਾ ਦੇ ਨਬੋ ਪਹਾੜ ਤੇ, ਜੋ ਪਿਸਗਾ ਦੀ ਇੱਕ ਟੀਸੀ ਅਤੇ ਯਰੀਹੋ ਦੇ ਸਾਹਮਣੇ ਹੈ, ਚੜ ਗਿਆ। ਪਰਮੇਸ਼ਵਰ ਨੇ ਕਿਹਾ, ਇਜ਼ਰਾਈਲੀਆਂ ਨੂੰ, ਜਿਨ੍ਹਾਂ ਨੂੰ ਮੈਂ ਆਪਣਾ ਨਿੱਜ ਹਿੱਸਾ ਕਰਕੇ ਦੇ ਰਿਹਾ, ਉਸ ਦੇਸ਼ ਨੂੰ ਵੇਖ ਲੋ। ਅਤੇ ਮੂਸਾ ਯਰਦਨ ਪਾਰ ਕਰਕੇ ਮੈਂ ਜੋ ਦੇਸ਼ ਦਾ ਵਾਅਦਾ ਕੀਤਾ ਉੱਥੇ ਕਦਮ ਨਹੀਂ ਰੱਖ ਸਕੇਗਾ, ਲੇਕਿਨ ਤੂੰ ਨਬੋ ਪਹਾੜ ਤੇ ਚੜ ਕੇ, ਉਸ ਦਾ ਇੱਕ ਹੋਰ ਨਾਮ ਹੈ ਪਿਸਗਾ ਦੀ ਟੀਸੀ, ਪਹਾੜ ਤੇ ਚੜ। ਠੀਕ ਹੈ ਪ੍ਰਭੂ, ਉਸ ਪਹਾੜ ਤੇ ਚੜਾਂਗਾ। ਉਸ ਪਹਾੜ ਦੇ ਉੱਪਰੋਂ ਮੇਰੇ ਵਾਅਦਾ ਕੀਤੇ ਗਏ ਦੇਸ਼ ਨੂੰ ਤੂੰ ਵੇਖ ਸਕੇਗਾ। ਇਸ ਤੋਂ ਵਧੀਆ ਹੋਰ ਮੌਕਾ ਕੀ ਹੋ ਸਕਦਾ ਹੈ ਪ੍ਰਭੂ? ਲੇਕਿਨ ਮੂਸਾ ਉਸ ਪਹਾੜ ਤੇ ਚੜਨ ਤੋਂ ਬਾਅਦ, ਉਸ ਦੇਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਤੋਂ ਬਾਅਦ, ਠੀਕ ਹੈ ਪ੍ਰਭੂ, ਉਸ ਦੇਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਤੇ ਮੂਸਾ ਉੱਥੇ ਹੀ ਤੇਰੇ ਜੀਵਨ ਦਾ ਆਖਰੀ ਵੇਖਣਾ ਹੋਏਗਾ। ਉਹੀ ਤੇਰੇ ਜੀਵਨ ਦਾ ਆਖਰੀ ਦਿਨ ਹੋਏਗਾ, ਉਹੀ ਤੇਰੇ ਜੀਵਨ ਦਾ ਆਖਰੀ ਸਮਾਂ ਹੋਏਗਾ। ਪਹਾੜ ਤੇ ਤੂੰ ਚੜਿਆ ਹੈ, ਥੱਲੇ ਉਤਰ ਕੇ ਨਹੀਂ ਆਏਗਾ। 32ਵਾਂ ਅਧਿਆਏ 49 ਵਚਨ ਤੋਂ ਵੇਖਾਂਗੇ। ਉਸ ਅਬਾਰੀਨ ਪਹਾੜ ਦੇ ਨਬੋ ਨਾਮ ਦੀ ਟੀਸੀ ਤੇ, ਜੋ ਮੁਆਬ ਦੇਸ਼ ਦੇ ਯਰੀਹੋ ਦੇ ਸਾਹਮਣੇ ਹੈ, ਚੜ ਕੇ ਕਨਾਨ ਦੇਸ਼, ਜੋ ਮੈਂ ਇਜ਼ਰਾਈਲੀਆਂ ਦਾ ਨਿੱਜ ਹਿੱਸਾ ਕਰ ਦਿੰਦਾ ਹਾਂ, ਉਸ ਨੂੰ ਵੇਖ ਲੈ। ਤਦ ਜਿਵੇਂ ਤੇਰਾ ਭਰਾ ਹਾਰੂਨ ਹੋਰ ਪਹਾੜ ਤੇ ਮਰ ਕੇ ਆਪਣੇ ਭਰਾਵਾਂ 'ਚ ਮਿਲ ਗਿਆ, ਉਸੇ ਤਰ੍ਹਾਂ ਤੂੰ ਵੀ ਇਸ ਪਹਾੜ ਤੇ ਚੜ ਕੇ ਮਰ ਜਾਏਗਾ ਅਤੇ ਆਪਣੇ ਲੋਕਾਂ 'ਚ ਮਿਲ ਜਾਵੇਂਗਾ। ਮੂਸਾ, ਕਿਉਂ ਤੂੰ ਵਾਅਦੇ ਦੇ ਦੇਸ਼ ਨੂੰ ਨਹੀਂ ਵੇਖ ਪਾ ਰਿਹਾ ਹੈ? ਜਾਣਦਾ ਹੈ ਮੂਸਾ, ਤੂੰ ਮੈਨੂੰ ਸਵਾਲ ਨਾ ਪੁੱਛੀ ਅਤੇ ਨਾ ਮੇਰੇ ਵਿਰੁੱਧ ਬੁੜਬੁੜਾਈ। ਕਾਰਨ ਦੱਸਦਾ ਹਾਂ, ਸੁਣ। ਕਿਉਂ ਤੂੰ ਵਾਅਦੇ ਦੀ ਜ਼ਮੀਨ ਤੇ ਨਾ ਜਾ ਸਕਿਆ? ਇਹਦਾ ਕਾਰਨ ਹੈ ਕਿ ਸੀਨ ਜੰਗਲ 'ਚ ਕਾਦੇਸ਼ ਦੇ ਮਰੀਬਾ ਨਾਮ ਦੇ ਸੋਤੇ ਤੇ ਤੁਸੀਂ ਦੋਨਾਂ ਨੇ ਮੇਰੀ ਆਗਿਆ ਨਾ ਮੰਨੀ, ਕਿਉਂਕਿ ਤੁਸੀਂ ਇਜ਼ਰਾਈਲੀਆਂ ਦੇ ਵਿਚਕਾਰ ਮੈਨੂੰ ਪਵਿੱਤਰ ਨਾ ਠਹਿਰਾਇਆ, ਮੈਨੂੰ ਪਵਿੱਤਰ ਨਾ ਸਮਝਿਆ। ਮੂਸਾ, ਇਹ ਸਜ਼ਾ ਦਾ ਕਾਰਨ ਮੇਰੀ ਸਖਤਾਈ ਨਹੀਂ ਆ ਮੂਸਾ, ਇਹ ਸਜ਼ਾ ਨੂੰ ਤੁਸੀਂ ਆਪਣੇ ਹੱਥੀਂ ਮੁੱਲ ਲੈ ਲਿਆ ਹੈ। ਮੂਸਾ ਆਪਣੇ ਕ੍ਰੋਧ ਤੇ ਗੁੱਸੇ ਤੇ ਕੰਟਰੋਲ ਨਾ ਕਰ ਸਕਿਆ, ਮੂੰਹ ਤੇ ਕਾਬੂ ਨਾ ਕਰ ਸਕਿਆ। ਤੂੰ ਜੋ ਨਹੀਂ ਕਹਿਣਾ ਸੀ ਉਹ ਕਹਿ ਕੇ ਮੇਰੇ ਵਿਰੁੱਧ ਪਾਪ ਕੀਤਾ। ਇਸ ਲਈ ਮੂਸਾ, ਉਸ ਅਦਭੁਤ ਦੇਸ਼ ਦੇ ਵਿੱਚ ਤੂੰ ਕਦਮ ਨਾ ਰੱਖ ਸਕੇਗਾ। ਭੈਣੋ ਅਤੇ ਭਰਾਵੋ, ਜਿਸ ਮੂਸਾ ਨੇ ਪਰਮੇਸ਼ਵਰ ਨਾਲ ਆਮਣੇ ਸਾਹਮਣੇ ਗੱਲਾਂ ਕੀਤੀਆਂ, ਧਾਰਮਿਕਤਾ ਅਤੇ ਖਰਾਈ ਅਤੇ ਪਵਿੱਤਰਤਾਈ ਦੇ ਨਾਲ ਜੋ ਮੂਸਾ ਪਰਮੇਸ਼ਵਰ ਦੇ ਸਾਹਮਣੇ 39 ਸਾਲ ਚੱਲਿਆ, ਇੱਕ ਦਿਨ ਉਹਦੇ ਆਲੇ ਦੁਆਲੇ ਦੇ ਲੋਕਾਂ ਨੇ ਉਹਦਾ ਗੁੱਸਾ ਭੜਕਾਇਆ ਅਤੇ ਉਹ ਬਰਦਾਸ਼ਤ ਨਾ ਕਰਕੇ ਉਸਨੇ ਜੋ ਨਹੀਂ ਕਹਿਣਾ ਸੀ ਉਹ ਕਹਿ ਬੈਠਾ। ਕੀ ਹੋਇਆ ਜਾਣਦੇ ਹੋ? ਪਰਮੇਸ਼ਵਰ ਨੇ ਮੂਸਾ ਨੂੰ ਸਜ਼ਾ ਦਿੱਤੇ ਬਿਨਾ ਨਹੀਂ ਰਹਿ ਪਾਇਆ। ਪਿਆਰਿਓ, ਅੱਜ ਸਾਨੂੰ ਹੋਰ ਕਿੰਨੇ ਧਿਆਨ ਰੱਖਣ ਦੀ ਲੋੜ ਹੈ ਪਿਆਰਿਓ। ਜੇ ਮੂਸਾ ਵਰਗਾ ਹੀ ਸਜ਼ਾ ਤੋਂ ਨਾ ਬਚ ਸਕਿਆ ਤਾਂ ਅਸੀਂ ਹੋਰ ਕਿੰਨੇ ਧਿਆਨ ਦੇ ਨਾਲ ਰਹਿਣਾ ਹੈ, ਹੋਰ ਕਿੰਨੇ ਧਰਮੀ ਹੋ ਕੇ ਚੱਲਣਾ ਹੈ। ਆਪਣੀ ਮਨਮਰਜ਼ੀਆਂ ਨਾ ਕਰੋ, ਮਨਮਰਜ਼ੀ ਨਾਲ ਨਾ ਬੋਲੋ, ਮਨਮਰਜ਼ੀ ਨਾਲ ਵਰਤਾਓ ਨਾ ਕਰੋ ਅਤੇ ਮਨਮਰਜ਼ੀ ਨਾਲ ਆਪਣੇ ਸਰੀਰਾਂ ਨੂੰ ਤੁਸੀਂ ਗੰਦੇ ਨਾ ਕਰੋ ਅਤੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਬੁਰਾ ਨਾ ਵੇਖੋ ਅਤੇ ਆਪਣੇ ਮੂੰਹ ਦੇ ਵਿੱਚੋਂ ਤੁਸੀਂ ਭੈੜੀਆਂ ਗੱਲਾਂ ਨਾ ਕਰੋ, ਕਿਉਂਕਿ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਉਸ ਪਹਾੜ ਤੇ ਤੂੰ ਚੜਨ ਜਾ ਰਿਹਾ ਹੈ, ਪਰ ਮੂਸਾ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ, ਤੂੰ ਉਤਰ ਕੇ ਮੂਸਾ ਨਹੀਂ ਆਏਗਾ। ਇਹ ਤੇਰੀ ਆਖਰੀ ਮੰਜ਼ਿਲਾ, ਆਖਰੀ ਜਗ੍ਹਾ ਹੈ। ਪਹਾੜ ਤੇ ਚੜਿਆ,
ਪਹਾੜ ਤੇ ਚੜਨ ਤੋਂ ਪਹਿਲਾਂ ਜਦ ਉਸ ਨੂੰ ਪਤਾ ਚੱਲਿਆ ਕਿ ਮੈਂ ਮਰਨ ਵਾਲਾ ਹਾਂ, ਮੂਸਾ ਰੋਇਆ ਹੋਵੇ, ਚਿੰਤਾ ਕੀਤੀ ਹੋਵੇ, ਇਸ ਤਰ੍ਹਾਂ ਸਾਨੂੰ ਕਿਤੇ ਵੀ ਵਿਖਾਈ ਨਹੀਂ ਦਿੱਤਾ। ਲੇਕਿਨ ਕੀ ਲਿਖਿਆ ਜਾਣਦੇ ਹੋ? ਪੜ੍ਹਦਾ ਹਾਂ 52 ਵਚਨ, ਇਸ ਲਈ ਉਹ ਦੇਸ਼ ਜੋ ਮੈਂ ਇਜ਼ਰਾਈਲੀਆਂ ਨੂੰ ਦਿੰਦਾ ਹਾਂ, ਜੋ ਤੂੰ ਆਪਣੀਆਂ ਅੱਖਾਂ ਨਾਲ ਵੇਖੇਂਗਾ ਪਰ ਉੱਥੇ ਜਾ ਨਾ ਸਕੇਂਗਾ। ਜੋ ਆਸ਼ੀਰਵਾਦ ਪਰਮੇਸ਼ਵਰ ਦੇ ਸੇਵਕ ਮੂਸਾ ਨੇ ਮਰਨ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਦਿੱਤੇ, ਉਹ ਇਹ ਹੈ, ਮਰਨ ਤੋਂ ਪਹਿਲਾਂ ਮੂਸਾ ਵਿੱਚ ਕੋਈ ਡਰ ਨਹੀਂ ਸੀ। ਮਰਨ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਆਸ਼ੀਸ਼ ਦਿੱਤੀ ਅਤੇ ਕਿਹਾ, ਮੈਂ ਜਾਣਦਾ ਹਾਂ ਕਿ ਮੈਂ ਮਰਨ ਵਾਲਾ ਹਾਂ, ਫਿਰ ਵੀ ਮੈਂ ਡਰ ਨਹੀਂ ਰਿਹਾ, ਨਾ ਭੈ ਖਾ ਰਿਹਾ। ਆਸ਼ੀਰਵਾਦ ਦਿੱਤਾ। ਆਸ਼ੀਸ਼ ਦੇਣ ਤੋਂ ਬਾਅਦ 34ਵਾਂ ਅਧਿਆਇ ਪਹਿਲਾ ਵਚਨ, ਫਿਰ ਮੂਸਾ ਮੁਆਬ ਦੇ ਅਰਾਬਾ ਦੇ ਨਬੋ ਪਹਾੜ ਤੇ, ਜੋ ਪਿਸਗਾ ਦੀ ਇੱਕ ਟੀਸੀ ਅਤੇ ਯਰੀਹੋ ਦੇ ਸਾਹਮਣੇ ਹੈ, ਚੜ ਗਿਆ। ਮੂਸਾ ਨੂੰ ਪਤਾ ਸੀ ਜਿਸ ਪਹਾੜ ਤੇ ਮੈਂ ਚੜਨ ਜਾ ਰਿਹਾ ਹਾਂ, ਉਸ ਪਹਾੜ ਤੇ ਜਾਣ ਤੋਂ ਬਾਅਦ ਮੈਂ ਵਾਪਿਸ ਨਹੀਂ ਆਵਾਂਗਾ। ਫਿਰ ਵੀ ਪਹਾੜ ਤੇ ਕਿਉਂ ਚੜਿਆ? ਮੈਂ ਵਾਅਦੇ ਦੀ ਜ਼ਮੀਨ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਜਾ ਰਿਹਾ ਹਾਂ। ਮੇਰੇ ਪਰਮੇਸ਼ਵਰ ਨੇ ਜਿਹਦਾ ਵਾਅਦਾ ਕੀਤਾ, ਉਸ ਨੂੰ ਵੇਖਣ ਜਾ ਰਿਹਾ ਹਾਂ। ਇਸ ਲਈ ਮੈਂ ਕਿਉਂ ਡਰਾਂ? ਵਾਅਦਾ ਕੀਤੇ ਗਏ ਦੇਸ਼ ਨੂੰ ਵੇਖਣ ਦੇ ਲਈ ਹੀ ਆਪਣੇ ਪ੍ਰਾਣ ਦੇ ਵਿਸ਼ੇ 'ਚ ਡਰੇ ਬਿਨਾ ਹਿੰਮਤ ਨਾਲ ਪਹਾੜ ਤੇ ਚੜ ਗਿਆ। ਫਿਰ ਤੁਹਾਡੇ ਤੇ ਮੇਰੇ ਲਈ ਵਾਅਦਾ ਕੀਤੇ ਗਏ, ਜੇ ਅਸੀਂ ਸਵਰਗ ਨੂੰ ਵੇਖਣ ਜਾ ਰਹੇ ਹਾਂ ਤਾਂ ਹੋਰ ਕਿੰਨੀ ਹਿੰਮਤ ਨਾਲ ਮੌਤ ਦਾ ਸਾਹਮਣਾ ਕਰਨਾ। ਸੋਚ ਕੇ ਵੇਖੋ, ਸਾਡੇ ਤੋਂ ਪਹਿਲਾਂ ਸਾਰੇ ਪਵਿੱਤਰ ਲੋਕ ਜਾ ਕੇ ਜੇ ਪਰਮੇਸ਼ਵਰ ਦੇ ਨਾਲ ਰਹਿ ਰਹੇ ਹੈ, ਤਾਂ ਜਦ ਸਾਨੂੰ ਪਤਾ ਕਿ ਅਸੀਂ ਸਵਰਗ ਦੇ ਵਿੱਚ ਜਾਵਾਂਗੇ, ਮੈਂ ਪੁੱਛਦਾ ਕਿ ਸਾਨੂੰ ਮੌਤ ਤੋਂ ਡਰਨਾ ਚਾਹੀਦਾ ਹੈ? ਦੱਸੋ, ਕੀ ਸਾਨੂੰ ਮੌਤ ਤੋਂ ਡਰਨ ਦੀ ਕੋਈ ਵੀ ਲੋੜ ਹੈ? ਬਿਲਕੁਲ ਨਹੀਂ ਆ। ਉਸ ਪਹਾੜ ਤੇ ਉਹ ਗਿਆ, ਫਿਰ ਕੀ ਹੋਇਆ? ਅਤੇ ਯਹੋਵਾ ਨੇ ਉਸ ਨੂੰ ਦਾਨ ਤੱਕ ਗਿਲਾਦ ਨਾਮ ਦਾ ਸਾਰਾ ਦੇਸ਼ ਅਤੇ ਨਪਤਾਲੀ ਦਾ ਸਾਰਾ ਦੇਸ਼, ਅਪਰੈਮ ਤੇ ਮਨਸ਼ੇ ਦਾ ਦੇਸ਼ ਅਤੇ ਪੱਛਮ ਦੇ ਸਮੁੰਦਰ ਤੱਕ ਦਾ ਯਹੂਦਾ ਦਾ ਸਾਰਾ ਦੇਸ਼ ਅਤੇ ਦੱਖਣ ਦੇਸ਼ ਅਤੇ ਸੋਰ ਤੱਕ ਯਰੀਹੋ ਨਾਮ ਦੇ ਖਜੂਰ ਵਾਲੀ ਨਗਰ ਦੀ ਤਰਾਈ, ਇਹ ਸਭ ਵਿਖਾਇਆ। ਇਹ ਕਿਵੇਂ ਹੋ ਸਕਿਆ? ਕੋਈ ਵੀ ਨਹੀਂ ਜਾਣਦਾ। ਉਸ ਪਹਾੜ ਤੇ ਪਰਮੇਸ਼ਵਰ ਲੈ ਗਏ, ਚਾਰੇ ਪਾਸਿਓਂ ਵਾਅਦੇ ਦਾ ਦੇਸ਼ ਦਿਖਾ ਦਿੱਤਾ। ਪਰਮੇਸ਼ਵਰ ਨੇ ਆਪਣੀ ਅੱਖਾਂ ਨਾਲ ਮੂਸਾ ਨੇ ਆਪਣੇ ਪੁਰਖਿਆਂ ਲਈ ਅਤੇ ਨਾਲ ਹੀ ਇਜ਼ਰਾਈਲੀਆਂ ਲਈ ਵਾਅਦਾ ਕੀਤੇ ਗਏ ਉਸ ਵਾਅਦੇ ਦੀ ਜ਼ਮੀਨ ਨੂੰ ਉਸ ਪਹਾੜ ਦੇ ਉੱਪਰੋਂ ਵੇਖਿਆ। ਉਹੀ ਉਹਦੇ ਜੀਵਨ ਦਾ ਆਖਰੀ ਦਿਨ ਸੀ। ਤਦ ਯਹੋਵਾ ਨੇ ਉਸ ਨੂੰ ਆਖਿਆ, ਜਿਸ ਦੇਸ਼ ਦੇ ਬਾਰੇ ਮੈਂ ਤੈਨੂੰ ਅਬਰਾਹਮ, ਇਸਾਕ ਤੇ ਯਾਕੂਬ ਦੇ ਬਾਰੇ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਇਹ ਤੇਰੇ ਵੰਸ਼ ਨੂੰ ਦਵਾਂਗਾ, ਉਹ ਇਹੀ ਹੈ। ਮੈਂ ਤੈਨੂੰ ਇਹ ਸਾਫ਼-ਸਾਫ਼ ਦਿਖਾ ਦਿੱਤਾ ਹੈ ਅਤੇ ਤੂੰ ਪਾਰ ਹੋ ਕੇ ਉੱਥੇ ਜਾ ਨਾ ਸਕੇਂਗਾ। ਤਦ ਯਹੋਵਾ ਦੇ ਕਹਿਣ ਦੇ ਅਨੁਸਾਰ ਉਸ ਦਾ ਦਾਸ ਮੂਸਾ ਉਸੇ ਮੁਆਬ ਦੇਸ਼ ਦੇ ਇਲਾਕੇ 'ਚ ਮਰ ਗਿਆ ਅਤੇ ਉਸ ਨੂੰ ਉਸਨੇ ਮੁਆਬ ਦੇ ਦੇਸ਼ ਦੇ ਬੈਤਕੋਰ ਦੇ ਸਾਹਮਣੇ ਮੈਦਾਨ ਦੇ ਵਿੱਚ ਦਫਨਾ ਦਿੱਤਾ ਅਤੇ ਅੱਜ ਦੇ ਦਿਨ ਤੱਕ ਕੋਈ ਨਹੀਂ ਜਾਣਦਾ ਕਿ ਉਹਦੀ ਕਬਰ ਕਿੱਥੇ ਆ। ਮੂਸਾ ਆਪਣੀ ਮੌਤ ਦੇ ਸਮੇਂ 120 ਸਾਲ ਦਾ ਸੀ। ਨਾ ਉਹਦੀਆਂ ਅੱਖਾਂ ਕਮਜ਼ੋਰ ਪਈਆਂ ਅਤੇ ਨਾ ਹੀ ਉਹਦੀ ਤਾਕਤ ਘਟੀ ਸੀ। 32 ਅਧਿਆਇ ਦੀ ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਜਿਵੇਂ ਤੇਰਾ ਭਰਾ ਹਾਰੂਨ ਹੋਰ ਪਹਾੜ ਤੇ ਮਰ ਕੇ ਆਪਣੇ ਬਜ਼ੁਰਗਾਂ ਨਾਲ ਸੋ ਗਿਆ, ਉਸੇ ਤਰ੍ਹਾਂ ਤੂੰ ਇਸ ਪਹਾੜ ਤੇ ਚੜ ਕੇ ਮਰ ਜਾਏਗਾ ਅਤੇ ਆਪਣੇ ਲੋਕਾਂ 'ਚ ਮਿਲ ਜਾਵੇਂਗਾ। ਉਹ ਪਹਾੜ ਤੇ ਚੜਿਆ, ਪਹਾੜ ਦੇ ਉੱਪਰੋਂ ਵਾਅਦੇ ਦੀ ਜ਼ਮੀਨ ਦੇ ਸਾਰੇ ਦੇਸ਼ਾਂ ਨੂੰ ਵੇਖਿਆ। ਉਹੀ ਉਹਦੇ ਜੀਵਨ ਦਾ ਆਖਰੀ ਵੇਖਣਾ ਸੀ। ਉਹੀ ਉਹਦੇ ਜੀਵਨ ਦਾ ਆਖਰੀ ਸਾਹ ਸੀ। ਉਹੀ ਉਹਦੇ ਜੀਵਨ ਦਾ ਅੰਤਿਮ ਦਿਨ ਸੀ। ਉੱਥੇ ਹੀ ਮਰ ਗਿਆ। ਮੇਰੇ ਭੈਣੋ ਅਤੇ ਭਰਾਵੋ, ਉਹ ਮਰ ਜਾਏਗਾ ਇਹ ਜਾਣਦੇ ਹੋਏ ਵੀ ਮੂਸਾ ਬਿਨਾਂ ਡਰੇ, ਬਿਨਾਂ ਚਿੰਤਾ ਤੋਂ, ਬਿਨਾਂ ਕਿਸੇ ਫਿਕਰ ਤੋਂ ਬੇਫਿਕਰਾ ਹੋ ਕੇ ਪਹਾੜ ਤੇ ਚੜਿਆ। ਕਾਰਨ ਕੀ ਆ? ਮੂਸਾ ਪਰਮੇਸ਼ਵਰ ਦੇ ਨਾਲ ਚੱਲਿਆ ਸੀ, ਪਰਮੇਸ਼ਵਰ ਦੇ ਨਾਲ ਰਿਹਾ। ਉਹਦੀ ਕੀਤੀ ਗਲਤੀ ਦੇ ਕਾਰਨ, ਅਨਆਗਿਆਕਾਰੀਤਾ, ਪਾਪ ਦੇ ਕਾਰਨ ਉਹ ਵਾਅਦੇ ਦੀ ਜ਼ਮੀਨ ਤੇ ਜਾ ਨਹੀਂ ਸਕਿਆ। ਲੇਕਿਨ ਪਰਮੇਸ਼ਵਰ ਦੇ ਨਾਲ ਦੀ ਸੰਗਤੀ ਨੂੰ ਗਵਾਏ ਬਿਨਾ
ਪਰਮੇਸ਼ਵਰ ਦੀ ਸੰਗਤੀ ਨਹੀਂ ਗਵਾਈ ਅਤੇ ਨਾ ਹੀ ਪਰਮੇਸ਼ਵਰ ਦਾ ਸਾਥ ਗਵਾਇਆ। ਆਖਰੀ ਸਾਹ ਤੱਕ ਪਰਮੇਸ਼ਵਰ ਦੇ ਹੀ ਪਿੱਛੇ ਚੱਲਿਆ, ਇਸ ਲਈ ਮੌਤ ਤੋਂ ਡਰਿਆ ਨਹੀਂ। ਵਾਅਦੇ ਦੇ ਦੇਸ਼ ਨੂੰ ਵੇਖਦੇ ਹੋਏ ਆਪਣੀ ਯਾਤਰਾ ਸਮਾਪਤ ਕੀਤੀ। ਇਹਨਾਂ ਗੱਲਾਂ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ, ਸਾਡੇ ਜੀਵਨ 'ਚ ਵੀ ਇੱਕ ਦਿਨ ਮੌਤ ਆਵੇਗੀ। ਕਦੋਂ ਆਏਗੀ ਸਾਨੂੰ ਨਹੀਂ ਪਤਾ, ਦੱਸ ਕੇ ਆਏਗੀ ਬਿਨਾਂ ਦੱਸੇ ਆਏਗੀ ਸਾਨੂੰ ਨਹੀਂ ਪਤਾ, ਪਰ ਮੌਤ ਤੋਂ ਬਿਨਾਂ ਡਰੇ ਅਸੀਂ ਹੌਸਲੇ ਨਾਲ ਜੇ ਮੌਤ ਦਾ ਸਾਹਮਣਾ ਕਰਨਾ ਹੈ ਤਾਂ ਅਸੀਂ ਪਰਮੇਸ਼ਵਰ ਨਾਲ ਆਖਰੀ ਸਾਹਾਂ ਤੱਕ ਚੰਗੇ ਰਿਸ਼ਤਿਆਂ ਦੇ ਨਾਲ ਰਹਿਣਾ ਹੈ। ਪਰਮੇਸ਼ਵਰ ਦੇ ਨਾਲ ਚੱਲਣ ਵਾਲਿਆਂ ਤਰ੍ਹਾਂ ਰਹਿਣਾ ਹੈ। ਮੂਸਾ, ਉਸ ਪਹਾੜ ਤੇ ਚੜ੍ਹ, ਮੈਂ ਹੀ ਤੈਨੂੰ ਵਾਅਦੇ ਦਾ ਦੇਸ਼ ਦਿਖਾਵਾਂਗਾ। ਮੈਂ ਵੀ ਉਸ ਪਹਾੜ ਤੇ ਆਵਾਂਗਾ, ਪ੍ਰਤਿਗਿਆ ਦਾ ਦੇਸ਼ ਵਿਖਾਵਾਂਗਾ। ਉਸ ਤੋਂ ਬਾਅਦ ਤੂੰ ਪਹਾੜ ਤੇ ਮਰ ਜਾਵੇਂਗਾ, ਤੂੰ ਆਪਣੇ ਪੁਰਖਿਆਂ ਦੇ ਨਾਲ ਸੋ ਜਾਵੇਂਗਾ। ਇਸ ਤਰ੍ਹਾਂ ਕਹਿੰਦੇ ਸਮੇਂ ਮੂਸਾ ਬਿਲਕੁਲ ਡਰਿਆ ਨਹੀਂ। ਇਹਦਾ ਕਾਰਨ ਕੀ ਆ? ਮੈਂ ਜਦੋਂ ਮਰਾਂਗਾ ਉਸ ਸਮੇਂ ਪਰਮੇਸ਼ਵਰ ਮੇਰੇ ਨਾਲ ਰਹਿਣਗੇ। ਇਸ ਤੋਂ ਜ਼ਿਆਦਾ ਮੈਨੂੰ ਕੀ ਚਾਹੀਦਾ ਹੈ? ਅਗਰ ਮੈਂ ਸ਼ਾਇਦ ਇਸ ਵਿਸ਼ੇ ਨੂੰ ਨਾ ਦੱਸਾਂ ਤਾਂ ਸ਼ਾਇਦ ਇਹ ਸੰਦੇਸ਼ ਪੂਰਾ ਨਹੀਂ ਹੋ ਸਕੇਗਾ। ਇੱਕ ਵਿਅਕਤੀ ਬਿਮਾਰ ਪੈ ਗਿਆ ਅਤੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਿਆ। ਜਦੋਂ ਹਸਪੀਟਲ ਦੇ ਬਿਸਤਰ ਤੇ ਸੀ, ਉਸਨੇ ਆਪਣੇ ਕੋਲ ਇੱਕ ਕੁਰਸੀ ਲਗਵਾ ਲਈ। ਉਸਨੇ ਕਿਉਂ ਆਪਣੇ ਕੋਲ ਕੁਰਸੀ ਲਗਵਾਈ ਕੋਈ ਵੀ ਨਹੀਂ ਜਾਣਦਾ ਸੀ। ਇੱਕ ਦਿਨ ਇੱਕ ਸੇਵਕ ਜੋ ਉਸ ਨੂੰ ਬਹੁਤ ਪਿਆਰ ਕਰਦਾ ਸੀ, ਆਪਣੇ ਮਿੱਤਰ ਨੂੰ ਵੇਖਣ ਦੇ ਲਈ ਹਸਪੀਟਲ ਦੇ ਵਿੱਚ ਆਇਆ। ਉਸ ਦੇ ਬੈੱਡ ਦੇ ਕੋਲ ਹੀ ਇੱਕ ਖਾਲੀ ਕੁਰਸੀ ਸੀ ਤਾਂ ਉਸ ਨੂੰ ਵੇਖ ਕੇ ਪਾਸਟਰ ਨੇ ਪੁੱਛਿਆ ਕਿ ਕੋਈ ਆ ਕੇ ਗਿਆ ਹੈ? ਇਹ ਕੁਰਸੀ ਇੱਥੇ ਕਿਉਂ ਰੱਖੀ ਆ? ਇਸ ਤਰ੍ਹਾਂ ਪੁੱਛਣ ਤੇ ਬਿਮਾਰ ਵਿਅਕਤੀ ਉਸ ਨੂੰ ਕਹਿਣ ਲੱਗਾ, ਕੁਝ ਨਹੀਂ ਜੀ, ਮੇਰੇ ਉद्धार ਪਾਉਣ ਦੇ ਸ਼ੁਰੂਆਤੀ ਦਿਨਾਂ 'ਚ ਇੱਕ ਸੇਵਕ ਮੈਨੂੰ ਆਤਮਿਕ ਜੀਵਨ 'ਚ ਮਜ਼ਬੂਤ ਕਰਦਾ ਸੀ। ਉਹ ਸੇਵਕ ਨੇ ਮੈਨੂੰ ਇਹ ਕਿਹਾ ਕਿ ਜਦ ਤੂੰ ਇਕੱਲਾ ਪ੍ਰਾਰਥਨਾ ਕਰਦਾ ਹੈ, ਆਪਣੇ ਕੋਲੇ ਇੱਕ ਕੁਰਸੀ ਨੂੰ ਰੱਖੀ ਅਤੇ ਯਿਸੂ ਮਸੀਹ ਨੂੰ ਉਸ ਕੁਰਸੀ ਤੇ ਬਹਿਣ ਦੇ ਲਈ ਨਿਯੋਤਾ ਦੇਣਾ। ਉਹ ਜ਼ਰੂਰ ਆ ਕੇ ਬੈਠਣਗੇ। ਪ੍ਰਭੂ ਜਦੋਂ ਕੁਰਸੀ ਤੇ ਬੈਠ ਜਾਣਗੇ ਅਤੇ ਤੂੰ ਉਹਨਾਂ ਸਾਹਮਣੇ ਗੋਡੇ ਟੇਕ ਕੇ ਕੁਰਸੀ ਤੇ ਬੈਠੇ ਯਿਸੂ ਮਸੀਹ ਨਾਲ ਗੱਲਾਂ ਕਰਨੀਆਂ। ਇਸ ਨੂੰ ਆਪਣੇ ਜੀਵਨ ਦੀ ਇੱਕ ਆਦਤ ਬਣਾ ਲਈ। ਇਸ ਤਰ੍ਹਾਂ ਉਸ ਪਾਸਟਰ ਨੇ ਮੈਨੂੰ ਸਿਖਾਇਆ। ਮੇਰੀ ਆਤਮਿਕ ਜੀਵਨ ਦੇ ਸ਼ੁਰੂਆਤ ਦੇ ਸਮੇਂ ਉਸਨੇ ਸਿਖਾਇਆ। ਉਹ ਬਿਮਾਰ ਵਿਅਕਤੀ ਸੇਵਕ ਨੂੰ ਕਹਿਣ ਲੱਗਾ, ਪਾਸਟਰ ਜੀ, ਮੈਂ ਆਪਣੀ ਜਵਾਨੀ ਸਮੇਂ ਜਿਹੜੀ ਵੀ ਗੱਲ ਸਿੱਖੀ ਆ ਕਿ ਮੈਂ ਜਿੱਥੇ ਵੀ ਰਵਾਂ ਇੱਕ ਕੁਰਸੀ ਮੇਰੇ ਕੋਲ ਹੋਣੀ ਚਾਹੀਦੀ, ਕਿਉਂਕਿ ਉਸ ਕੁਰਸੀ ਤੇ ਮੇਰਾ ਯਿਸੂ ਬੈਠੇਗਾ। ਉਹ ਤਜਰਬਾ, ਉਹ ਆਸ ਮੈਨੂੰ ਹੌਸਲਾ ਦਿੰਦੀ ਆ। ਮੌਤ ਦੇ ਬਿਸਤਰ ਤੇ ਹਾਂ, ਨਾਲ ਕੁਰਸੀ ਰਖਵਾਈ। ਇਹਦਾ ਕਾਰਨ ਹੈ ਕਿ ਮੇਰੇ ਨਾਲ ਯਿਸੂ ਬੈਠੇ ਆ। ਇਹ ਵਿਸ਼ਵਾਸ ਅਤੇ ਹੌਸਲਾ ਮੈਨੂੰ ਤਸੱਲੀ ਦਿੰਦੇ ਆ। ਉਸ ਤੋਂ ਬਾਅਦ ਉਹ ਸੇਵਕ ਪ੍ਰਾਰਥਨਾ ਕਰਕੇ ਚਲਿਆ ਗਿਆ। ਕੁਝ ਦਿਨਾਂ ਦੇ ਬਾਅਦ ਉਹਨਾਂ ਦੀ ਬੇਟੀ ਨੇ ਉਸ ਪਾਸਟਰ ਨੂੰ ਫੋਨ ਕੀਤਾ। ਫੋਨ ਕਰਕੇ ਕਿਹਾ, ਪਾਸਟਰ ਜੀ, ਹਾਂ ਬੇਟੀ, ਤੇਰੇ ਪਿਤਾ ਜੀ ਦਾ ਕੀ ਹਾਲ? ਪਾਸਟਰ ਜੀ, ਪਿਤਾ ਜੀ ਦੀ ਮੌਤ ਹੋ ਗਈ ਆ। ਇਹ ਕੀ ਕਹਿ ਰਹੀ ਆ? ਕਿਵੇਂ? ਮੈਂ ਦਵਾਈਆਂ ਲੈਣ ਦੇ ਲਈ ਬਾਹਰ ਗਈ। ਜਦ ਵਾਪਸ ਆਈ ਤਾਂ ਮੇਰੇ ਪਿਤਾ ਜੀ ਮਰ ਚੁੱਕੇ ਸੀ। ਪਰ ਅਜੀਬ ਗੱਲ ਇਹ ਸੀ, ਮੇਰੇ ਪਿਤਾ ਜੀ ਦੇ ਕੋਲ ਜਿਹੜੀ ਕੁਰਸੀ ਸੀ, ਉਹਨਾਂ ਤੇ ਉਹਨਾਂ ਦਾ ਹੱਥ ਸੀ। ਮੇਰੇ ਪਿਤਾ ਜੀ ਨੇ ਕੁਰਸੀ ਤੇ ਹੱਥ ਰੱਖ ਕੇ ਆਪਣੀ ਜਾਨ ਤਿਆਗਤੀ। ਪਾਸਟਰ ਜੀ, ਇਸ ਤਰ੍ਹਾਂ ਜਦੋਂ ਲੜਕੀ ਕਹਿ ਰਹੀ ਸੀ ਤਾਂ ਪਾਸਟਰ ਜੀ ਨੇ ਕਿਹਾ, ਬੇਟੀ, ਤੇਰੇ ਪਿਤਾ ਜੀ ਨਾਲ ਦੀ ਕੁਰਸੀ ਤੇ ਹੱਥ ਰੱਖ ਕੇ ਪ੍ਰਾਣ ਤਿਆਗੇ। ਇਹਦਾ ਕਾਰਨ ਜਾਣਦੇ ਹੋ? ਜੋ ਮੈਂ ਸੱਚ ਵੇਖਿਆ ਹੈ ਉਹ ਦੱਸਦਾ ਹਾਂ। ਪਾਸਟਰ ਜੀ, ਕੀ? ਬੇਟਾ, ਤੇਰੇ ਪਿਤਾ ਜੀ ਦੇ ਮਰਦੇ ਸਮੇਂ ਯਿਸੂ ਉਸ ਕੁਰਸੀ ਤੇ ਬੈਠੇ ਸੀ। ਆਓ ਹੁਣ ਘਰ ਚੱਲਦੇ ਹਾਂ। ਇਸ ਤਰ੍ਹਾਂ ਹੱਥ ਵਧਾਇਆ ਅਤੇ ਤੁਹਾਡੇ ਪਿਤਾ ਜੀ ਨੇ ਹੱਥ ਦਿੱਤਾ। ਮੇਰੇ ਭੈਣੋ ਅਤੇ ਭਰਾਵੋ, ਅਸੀਂ ਕਿਸ ਦਿਨ ਮਰਾਂਗੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਆ। ਉਸ ਦਿਨ ਜੇ ਯਿਸੂ ਸਾਡੇ ਨਾਲ ਹੋਣਗੇ, ਮੌਤ ਤੋਂ ਡਰਨ ਦੀ ਲੋੜ ਸਾਨੂੰ ਨਹੀਂ ਹੋਵੇਗੀ। ਮੂਸਾ ਪਹਾੜ ਤੇ ਚੜਨ ਜਾ ਰਿਹਾ ਹੈ, ਪਹਾੜ ਤੇ ਹੀ ਮਰਨ ਜਾ ਰਿਹਾ ਹੈ, ਪਰ ਤੈਨੂੰ ਹਿੰਮਤ ਨਾਲ ਭਰਿਆ ਇੱਕ ਸੰਦੇਸ਼ ਦੱਸ ਰਿਹਾ ਹਾਂ। ਉਹ ਇਹ ਕਿ ਤੇਰੇ ਮਰਦੇ ਸਮੇਂ ਤੇਰੇ ਨਾਲ ਮੈਂ ਵੀ ਤੇਰੇ ਕੋਲ ਹੀ ਰਵਾਂਗਾ। ਐਸੀ ਉਮੀਦ, ਐਸੇ ਵਿਸ਼ਵਾਸ ਦੇ ਨਾਲ
ਅਸੀਂ ਆਪਣੀ ਆਤਮਿਕ ਯਾਤਰਾ ਨੂੰ ਅੱਗੇ ਵਧਾਵਾਂਗੇ। ਹਾਂ ਕਹਿਣ ਵਾਲੇ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ। ਆਓ ਪ੍ਰਾਰਥਨਾ ਕਰੀਏ। महान पवित्र प्रेमी परमेश्वर पिता, उस पहाड़ ते चढ़ते समय मूसा जानदा सी कि ਇਹ ਮੇਰੇ ਜੀਵਨ ਦਾ ਆਖਰੀ ਦਿਨ ਹੈ। ਜਦੋਂ ਵਾਅਦੇ ਦੇ ਦੇਸ਼ ਨੂੰ ਵੇਖ ਰਿਹਾ ਸੀ ਤਾਂ ਉਹ ਜਾਣਦਾ ਸੀ ਇਹ ਆਖਰੀ ਦਿਨ ਆ। ਉਹ ਦਿਨ, ਉਹ ਸਮੇਂ, ਉਹ ਘੜੀ ਉਹਦੇ ਲਈ ਆਖਰੀ ਹੈ। ਇਸ ਗੱਲ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਪਿਤਾ, ਮੈਂ ਆਖਰਲੇ ਸਮੇਂ 'ਚ ਆ ਗਿਆ ਹਾਂ, ਜਾਣਦਾ ਸੀ, ਪਰ ਬਹੁਤ ਹੀ ਹਿੰਮਤ ਦੇ ਨਾਲ ਉਸ ਪਹਾੜ ਤੇ ਜੇ ਚੜਿਆ ਹੈ ਤਾਂ ਇਹ ਜਾਣਦੇ ਹੋਏ ਵੀ ਉੱਥੇ ਮਰ ਜਾਵਾਂਗਾ, ਇਹ ਜਾਣ ਕੇ ਚੜਿਆ ਹੈ ਤਾਂ ਮੂਸਾ ਨੂੰ ਪਤਾ ਸੀ ਕਿ ਉਸ ਪਹਾੜ ਤੇ ਮੂਸਾ ਇਕੱਲਾ ਨਹੀਂ ਰਹੇਗਾ। ਪਿਤਾ, ਤੁਸੀਂ ਵੀ ਮੂਸਾ ਦੇ ਨਾਲ ਹੀ ਰਵੋਗੇ। ਮੈਂ ਜਦੋਂ ਆਪਣੀਆਂ ਅੱਖਾਂ ਬੰਦ ਕਰਾਂਗਾ ਉਸ ਸਮੇਂ ਮੇਰਾ ਪਰਮੇਸ਼ਵਰ ਜੋ ਮੈਨੂੰ ਬਹੁਤ ਪਿਆਰ ਕਰਦਾ ਹੈ ਮੇਰੇ ਨਾਲ ਹੋਵੇਗਾ। ਇਹ ਉਮੀਦ ਕਿੰਨੀ ਵਧੀਆ ਹੈ। ਇਹ ਗੱਲ ਸਾਨੂੰ ਬਹੁਤ ਹੀ ਸ਼ਾਂਤੀ ਅਤੇ ਸਕੂਨ ਦਿੰਦੀ ਆ। ਪਿਤਾ, ਐਸੀ ਉਮੀਦ ਸਾਨੂੰ ਸਾਰਿਆਂ ਨੂੰ ਆਖਰੀ ਸਾਹਾਂ ਤੱਕ ਦੇ ਦਿਓ। ਕਦੋਂ ਕਿੱਥੇ ਮੇਰੀ ਯਾਤਰਾ, ਸਾਡੀ ਯਾਤਰਾ ਖਤਮ ਹੋਏਗੀ ਅਸੀਂ ਨਹੀਂ ਜਾਣਦੇ। ਉਸ ਸਮੇਂ ਅਸੀਂ ਕਿੱਥੇ ਹੋਵਾਂਗੇ, ਕੀ ਕਰਾਂਗੇ, ਸਾਨੂੰ ਨਹੀਂ ਪਤਾ। ਪੂਰੇ ਮਨ ਤੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਸ ਦਿਨ ਤੁਸੀਂ ਸਾਡੇ ਨਾਲ ਰਹਿ ਸਕੋ। ਪਿਤਾ, ਤੁਸੀਂ ਉਸ ਦਿਨ ਸਾਡੇ ਨੇੜੇ ਰਹਿਣਾ ਹੈ। ਪਿਤਾ, ਆਪਣੇ ਰਾਜ ਵਿੱਚ ਲੈ ਕੇ ਜਾਣ ਦੇ ਲਈ, ਹਮੇਸ਼ਾ ਹਮੇਸ਼ਾ ਦੇ ਲਈ ਅਸੀਂ ਸਾਰੇ ਮਿਲ ਕੇ ਤੁਹਾਡੇ ਨਾਲ ਰਹਿ ਸਕੀਏ। ਸਾਨੂੰ ਲੈ ਕੇ ਜਾਣ ਦੇ ਲਈ ਤੁਸੀਂ ਹੀ ਆਇਓ। ਪਿਤਾ, ਤੁਸੀਂ ਹੀ ਸਾਡੇ ਨਾਲ ਰਹਿਣਾ ਹੈ। ਐਸੀ ਮਹਾਨ ਕਿਰਪਾ, ਐਸਾ ਮਹਾਨ ਮੌਕਾ ਸਾਨੂੰ ਸਾਰਿਆਂ ਨੂੰ ਦੇ ਦਿਓ। ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ। तो शलोम, मेरा नाम अशोक है। मैं एक मसीही परिवार से हूँ। मेरे घर के पास एक चर्च है, वहाँ मैं अपने परिवार के साथ मिलकर जाता था। वहाँ कहा वचन मुझे समझ में नहीं आता था। तब से मैं चर्च जाना पूरी तरह से छोड़ दिया। जब मैं चर्च जाना छोड़ दिया, संसार के लोग जिस तरह से जीते हैं उस तरह से मैं जीना शुरू किया। जब मैं कॉलेज में पढ़ रहा था, मेरे दोस्तों के साथ मिलकर मैं बहुत बिगड़ गया। कॉलेज का फीस पे करना है कहकर मेरी माता से झूठ बोलकर मैं पैसे लेता था। घर में आर्थिक समस्या रहने पर भी मेरी पढ़ाई नहीं रुकना है कहकर मेरी माता मेहनत करके मुझे पैसे देती थी। उन पैसों से मैं कॉलेज का फीस नहीं भरता था। अपने दोस्तों के साथ मिलकर मैं शराब पीता। बहुत शराब पीकर रोड पर गिर जाता था। मुझे गिरने पर बहुत बार मार भी लगे। ये देखकर हमारे एरिया के लोग मुझे शराबी कहकर बुलाते थे। मैं दिन ब दिन बिगड़ते जा रहा था। तब मेरे भैया मुझे मसीह के बारे में बताए और क्रिसमस के दिन मुझे कलवरी टेम्पल ले गए। प्रभु के दास वचन के द्वारा इस तरह से कहे, मेरी भैणों, मेरे भराओ, तुसी आओ। जिथे परमेश्वर है उथे तुसी आओ। परमेश्वर तुहाडे ते अनुग्रह करन, परमेश्वर तुहानू दर्शन देणगे, परमेश्वर तुहानू आशीष देणगे। प्रभु दे कोल आओ। शैतान ਤਾਂ ਬਸ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਸ਼ੈਤਾਨ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਤੇ ਜੋ ਕੁਝ ਤੁਹਾਡਾ ਆਪਣਾ ਹੈ
ਉਸ ਨੂੰ ਖਰਾਬ ਕਰਨਾ ਚਾਹੁੰਦਾ ਹੈ, ਬਰਬਾਦ ਕਰਨਾ ਚਾਹੁੰਦਾ ਹੈ। ਐਸੀ ਜਗ੍ਹਾ ਤੇ ਹੋ, ਐਸੇ ਪ੍ਰਾਂਤ ਵਿੱਚ ਹੋ ਤੁਸੀਂ। अगर तुसी ऐसे लोका विच पापमय काम कर रहे हो तो वापस आ जाओ। इस वचन को सुनने के बाद मैं अपनी आदतों को छोड़ दिया और प्रभु की बात सुनना है कहकर निर्णय लिया। तब वही मैं अपने घुटनों पर रहकर प्रभु से रोते हुए प्रार्थना किया। मैं अपने पापों को मानकर अपने आदतों को छोड़ दिया और प्रभु के और करीब आने के लिए मैं चाहे बारिश हो या ठंड हो या धूप हो, मैं 130 किलोमीटर दूर स्टेशन गनपुर से हर रविवार कलवरी टेम्पल आ रहा हूँ। जब घर में डांट रहे थे, मैं नौकरी के लिए हैदराबाद आया और नौकरी के लिए प्रयत्न कर रहा था। उस समय मुझे एक कंस्ट्रक्शन कंपनी में एक छोटी सी नौकरी मिली। आपका काम चाहे छोटा हो या बड़ा हो, लेकिन ईमानदारी से करो, ये बात सतीश भैया ने कहा था और ये बात मुझे तब याद आया। मेरे पास और कोई रास्ता नहीं था, इसलिए मैं वहीं पर रहकर मेहनत से काम कर रहा था, बाथरूम साफ कर रहा था। वहाँ तनख्वाह बहुत कम थी, मुझे बस नहीं होता था। तब मैं रोड के पास पानी पूरी खाकर अपना पेट भरता था। तब मैं दुख से मेरी समस्या को रोते हुए प्रभु से बताया। तब प्रभु ने मेरी प्रार्थना सुनकर मुझे आशीष दिया। एक मिल्क डिस्ट्रीब्यूशन कंपनी में सुपरवाइजर का जॉब दिया। नाश होने वाली आत्माओं के बारे में भैया जब कह रहे थे, मुझे बदले इस वचन को सबको सुनाना है कहकर मैं कलवरी आवाज़ के द्वारा सुसमाचार को लोगों तक पहुंचाया। मैं अपने काम में बहुत ईमानदारी से काम कर रहा था। आपके काम को आप ईमानदारी से करिए, ऐसे सतीश कुमार भैया ने कहा था। ये बात मेरे दिल में बैठ गया था। ऐसे मेहनत करते हुए मैं अब तक 7 बार मैं कलवरी आवाज़ के द्वारा लाखों लोगों को सुसमाचार पहुंचाया। तब प्रभु ने मुझे बहुत आशीष दिया। प्रभु ने मेरे बॉस की सहायता से मेरे खुद का मिल्क डिस्ट्रीब्यूशन कंपनी खोलने में सहायता किया। अब मेरी माता मुझे देखकर बहुत खुश है। एक समय हमारे पास खाने के लिए ठीक से भोजन नहीं रहता था। मैं मरने वाला था, लेकिन प्रभु ने मुझे बचाया। प्रभु में रहकर उस असली खुशी और उस असली आनंद को मैंने जाना। मैं पहले पूरी तरह से बिगड़ गया था, लेकिन वचन से मुझे ठीक किए प्रभु के दास सतीश भैया को मेरा धन्यवाद। आर्थिक समस्याओं से मरने वाला था जो मैं, आप सबके सामने मुझे गवाह सा ठहराया। मेरे यीशु को सारी महिमा, आदर, गौरव मिले।